ਤੇ ਸਾਡੀ ਹਾਲਤ ਜਿਹੜੀ ਹੈ ਸਾਨੂੰ ਪਤਲੀ ਜੀ ਨਜ਼ਰ ਆਉਂਦੀ ਹੈ। ਹੁਣ ਜਿਨ੍ਹਾਂ ਕੋਲ ਏਡਾ ਭਾਰੀ ਮਹਾਨ ਵੱਡਾ ਫਲਸਫੇ ਦਾ ਖਜ਼ਾਨਾ ਹੋਵੇ, ਜੇ ਉਹਨਾਂ ਦੀ ਹਾਲਤ ਪਤਲੀ ਦਿਸੇ ਤਾਂ ਇਸ ਤੋਂ ਵੱਧ ਗੁਰੂ ਪਿਆਰਿਓ ਮਾੜੀ ਗੱਲ ਕੀ ਹੋ ਸਕਦੀ। ਕਹਿੰਦੇ ਕਿਸੇ ਬਾਪ ਨੇ ਆਪਣੇ ਪੁੱਤਰਾਂ ਨੂੰ ਮਰਦੇ ਵਕਤ ਸੰਦੂਕ ਦੇ ਵਿੱਚ ਬੇਸ਼ੁਮਾਰ ਕੀਮਤੀ ਧਨ ਦੌਲਤ ਜਿਹੜਾ ਹੈ ਉਹ ਦਿੱਤਾ, ਨਾਲ ਇਹ ਕਿਹਾ ਕਿ ਪੁੱਤਰੋ ਇਹ ਜਿਹੜਾ ਖਜ਼ਾਨਾ ਹੈ ਨਾ ਤੁਹਾਨੂੰ ਮੈਂ ਦੇ ਚੱਲਿਆ, ਇਹਦੀ ਸੰਭਾਲ ਕਰਨੀ ਹੈ। ਸੰਭਾਲ ਕਰਨ ਦਾ ਮਤਲਬ ਹੈ ਕਿ ਇਸ ਖਜ਼ਾਨੇ ਨੂੰ ਸਹੀ ਜਗ੍ਹਾ ਇਸਤੇਮਾਲ ਕਰਨਾ ਹੈ, ਤੁਸੀਂ ਉਜਾੜਨਾ ਨਹੀਂ ਹੈ ਐਸ਼ ਪ੍ਰਸਤੀ ਦੇ ਵਿੱਚ। ਉਹਨਾਂ ਪੁੱਤਰਾਂ ਨੇ ਕੀ ਕੀਤਾ, ਉਸ ਖਜ਼ਾਨੇ ਨੂੰ ਰੱਖ ਕੇ ਉਸ ਨੂੰ ਜਿਹੜਾ ਹੈ ਉਹ ਸੰਭਾਲ ਲਿਆ, ਲੇਕਿਨ ਖੋਲ ਕੇ ਸੰਦੂਕ ਉਸ ਖਜ਼ਾਨੇ ਦਾ ਇਸਤੇਮਾਲ ਨਹੀਂ ਕੀਤਾ। ਘਰ ਦੇ ਵਿੱਚ ਆਰਥਿਕ ਜਿਹੜੇ ਹਾਲਾਤ ਜਿਹੜੇ ਹੈ ਉਹ ਮਾੜੇ ਹੋ ਗਏ, ਤੇ ਉਹ ਜਿਹੜੇ ਬਜ਼ੁਰਗ ਦੇ ਪੁੱਤਰ ਸੀ, ਜਿਹੜਾ ਬਜ਼ੁਰਗ ਪੁੱਤਰਾਂ ਨੂੰ ਵੱਡਾ ਖਜ਼ਾਨਾ ਦੇ ਕੇ ਗਿਆ ਸੀ, ਉਹ ਪੁੱਤਰ ਜਿਹੜੇ ਹੈ ਉਹ ਆਪਣੇ ਪਿੰਡ ਦੇ ਵਿੱਚ ਜਿਹੜੇ ਹੈ ਉਹ ਲੋਕਾਂ ਦੇ ਨੌਕਰ ਲੱਗ ਗਏ। ਕੋਈ ਭਾਂਡੇ ਮਾਂਜਣ ਲੱਗ ਗਿਆ, ਕੋਈ ਕੱਪੜੇ ਧੋਣ ਲੱਗ ਪਿਆ, ਕੋਈ ਝਾੜੂ ਪੋਚਾ ਕਰਨ ਲੱਗ ਪਿਆ। ਪੇਟ ਤਾਂ ਪਾਲਣਾ ਹੀ ਸੀ। ਫਿਰ ਕਿਸੇ ਨੇ ਕਿਹਾ ਵੀ ਤੁਹਾਡੇ ਬਜ਼ੁਰਗ ਤਾਂ ਤੁਹਾਨੂੰ ਖਜ਼ਾਨਾ ਦੇ ਕੇ ਗਏ ਸੀ ਬਹੁਤ ਵੱਡਾ, ਤੁਸੀਂ ਮਜ਼ਦੂਰੀ ਕਰ ਰਹੇ ਹੋ। ਕਹਿੰਦੇ ਸਾਡੇ ਬਜ਼ੁਰਗਾਂ ਨੇ ਕਿਹਾ ਸੀ ਖਜ਼ਾਨਾ ਇਹ ਤੁਹਾਨੂੰ ਦੇ ਚੱਲੇ ਆ, ਇਹਨੂੰ ਸੰਭਾਲਣਾ ਹੈ ਔਰ ਅਸੀਂ ਸੰਭਾਲ ਕੇ ਰੱਖਿਆ ਹੋਇਆ ਹੈ। ਉਹ ਕਹਿੰਦੇ ਭਲਿਓ ਪੁਰਖੋ, ਸੰਭਾਲ ਕੇ ਰੱਖਣ ਦਾ ਮਤਲਬ ਇਹ ਸੀ ਕਿ ਇਹਦਾ ਇਸਤੇਮਾਲ ਆਪਣੇ ਤੁਸੀਂ ਹਿੱਤ ਵਾਸਤੇ ਕਰਨਾ ਹੈ, ਨਜਾਇਜ਼ ਨਹੀਂ ਉਜਾੜਨਾ। ਜਾ ਕੇ ਖੋਲ ਕੇ ਦੇਖੋ। ਜਦੋਂ ਉਹਨਾਂ ਨੇ ਘਰੇ ਜਾ ਕੇ ਸਿਆਣੇ ਬਜ਼ੁਰਗ ਦੇ ਕਹਿਣ ਦੇ ਉੱਤੇ ਖੋਲ ਕੇ ਦੇਖਿਆ ਤੇ ਉਹਦੇ ਵਿੱਚ ਬੇਸ਼ੁਮਾਰ ਧਨ ਦੌਲਤ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਅੱਜ ਅਸੀਂ ਰੂਹਾਨੀਅਤ ਅਧਿਆਤਮਿਕਤਾ ਲੱਭਣ ਵਾਸਤੇ ਕੋਈ ਕਿਤੇ ਤੁਰਿਆ ਫਿਰਦਾ ਹੈ, ਕੋਈ ਕਿਤੇ ਤੁਰਿਆ ਫਿਰਦਾ ਹੈ, ਕੋਈ ਕਿਤੇ ਤੁਰਿਆ ਫਿਰਦਾ, ਜਦ ਕਿ ਜਿੰਨੀ ਰੂਹਾਨੀਅਤ ਜਿੰਨੀ ਅਧਿਆਤਮਿਕਤਾ ਦੀ ਸਮਝ ਗੁਰਬਾਣੀ ਦਿੰਦੀ ਹੈ, ਸੰਸਾਰ 'ਚ ਕੌਣ ਦੇ ਸਕਦਾ ਹੈ? ਕੋਈ ਦੇ ਸਕਦਾ? ਹੁਣ ਗੁਰੂ ਪਿਆਰਿਓ, ਜਿਹੜਾ ਬੰਦਾ ਦਰਿਆ ਦੇ ਕੰਢੇ ਤੇ ਖੜੋਤਾ ਹੈ ਜਾਂ ਚਸ਼ਮੇ ਦੇ ਕੋਲ ਖੜੋਤਾ ਹੈ ਜਾਂ ਖੂਹ ਦੇ ਕੋਲ ਖੜੋਤਾ ਹੈ, ਉਹ ਜੇ ਆਖੇ ਮੈਂ ਪਿਆਸਾ ਮਰ ਰਿਹਾ ਤੇ ਸਮਝ ਲਓ ਗੁਰੂ ਪਿਆਰਿਓ ਉਹਦੀ ਬੇਵਕੂਫੀ ਹੈ। ਹੁਣ ਜਿਹੜਾ ਦਰਿਆ ਦੇ ਕੋਲ ਨਹੀਂ ਹੈ, ਜਿਹੜਾ ਖੂਹ ਦੇ ਕੋਲ ਨਹੀਂ ਹੈ, ਜਿਹੜਾ ਕਿਸੇ ਚਸ਼ਮੇ ਦੇ ਕੋਲ ਨਹੀਂ ਹੈ, ਉਹ ਪਿਆਸਾ ਮਰ ਰਿਹਾ ਤੇ ਉਸ ਪਿਆਸੇ ਮਰਦੇ ਨੂੰ ਕਈ ਵਾਰੀ ਨਾਲੀ ਦਾ ਛੱਪੜ ਦਾ ਪਾਣੀ ਵੀ ਜਿਹੜਾ ਪੀ ਕੇ ਆਪਣੀ ਪਿਆਸ ਬੁਝਾਉਣੀ ਪੈਂਦੀ ਹੈ, ਪਿਆਸ ਬੁਝਾਉਣੀ ਪੈਂਦੀ ਹੈ। ਤੇ ਜਿਹੜਾ ਦਰਿਆ ਦੇ ਕੰਢੇ ਤੇ ਖੜੋਤਾ ਜਾਂ ਗੁਰੂ ਪਿਆਰਿਓ ਕਿਸੇ ਚਸ਼ਮੇ ਦੇ ਕੋਲ ਖੜੋਤਾ, ਖੂਹ ਦੇ ਕੋਲ ਖੜੋਤਾ ਜਿਹੜਾ ਹੈ ਪਿਆਸ ਨਾਲ ਮਰ ਰਿਹਾ, ਤੇ ਫਿਰ ਜਦੋਂ ਪਿਆਸ ਲੱਗੇ ਤੇ ਫਿਰ ਜਾ ਕੇ ਕਿਸੇ ਉਹ ਖੜੋਤੇ ਛੱਪੜ ਦੇ ਪਾਣੀ ਨੂੰ ਪੀਵੇ, ਤੇ ਉਸ ਤੋਂ ਵੱਧ ਕੇ ਗੁਰੂ ਪਿਆਰਿਓ ਬਦਕਿਸਮਤ ਕਿਹੜਾ ਹੋ ਸਕਦਾ ਹੈ? ਸਾਡੇ ਕੋਲੇ ਇੰਨਾ ਵੱਡਾ ਖਜ਼ਾਨਾ ਹੈ ਬਾਣੀ ਦਾ, ਤੇ ਅਸੀਂ ਗੁਰੂ ਪਿਆਰਿਓ ਜਾ ਕੇ ਕਿਸੇ ਦੰਬੀ ਦੇ ਕੋਲ, ਕਿਸੇ ਪਖੰਡੀ ਦੇ ਕੋਲ, ਕਿਸੇ ਵਹਿਮਾਂ 'ਚ ਪਾਉਣ ਵਾਲੇ ਦੇ ਕੋਲ ਰੂਹਾਨੀਅਤ ਸਿੱਖਣ ਵਾਸਤੇ, ਅਧਿਆਤਮਿਕਤਾ ਲੈਣ ਵਾਸਤੇ ਜੇ ਜਾਈਏ, ਤੇ ਸਾਡੇ ਤੋਂ ਗੁਰੂ ਪਿਆਰਿਓ ਵੱਡਾ ਬਦਕਿਸਮਤ ਕਿਹੜਾ? ਅਸੀਂ ਤਾਂ ਇਸ ਖਜ਼ਾਨੇ ਨੂੰ ਹੋਰਨਾਂ ਤਾਂ ਹੀ ਵੰਡਣਾ ਸੀ, ਗੈਰ ਸਿੱਖਾਂ ਤਾਂ ਹੀ ਵੰਡਣਾ ਸੀ। ਗੈਰ ਸਿੱਖਾਂ ਨੂੰ ਕਹਿਣਾ ਸੀ ਪੁਰਖੋ ਤੁਸੀਂ ਸਾਡੇ ਕੋਲ ਆਓ, ਸਾਡੇ ਬਾਪੂ ਦਾ ਬਹੁਤ ਵੱਡਾ ਖਜ਼ਾਨਾ ਹੈ, ਮਹਾਨ ਫਲਸਫਾ ਹੈ ਸਾਡੇ ਕੋਲੇ, ਤੁਸੀਂ ਇਹਦੇ ਤੋਂ ਲਾਭ ਉਠਾਓ। ਅਸੀਂ ਆਪ ਹੀ ਗੁਰੂ ਪਿਆਰਿਓ ਜਿਹੜਾ ਹੈ ਉਹ ਲਾਭ ਉਠਾਉਣਾ ਬੰਦ ਕਰ ਦਿੱਤਾ, ਤੇ ਬੰਦ ਕਰਕੇ ਇਸ ਮਹਾਨ ਬਾਣੀ ਰੂਪੀ ਖਜ਼ਾਨੇ ਤੋਂ ਲਾਭ ਉਠਾਉਣਾ ਅਸੀਂ ਕਿੱਥੇ ਖੁੱਭ ਗਏ? ਅਸੀਂ ਗੁਰੂ ਪਿਆਰਿਓ ਜਿੱਲਣ ਦੇ ਵਿੱਚ ਖੁੱਭ ਗਏ, ਚਿੱਕੜ ਦੇ ਵਿੱਚ ਖੁੱਭ ਗਏ।
ਕਿਹੜੇ ਚਿੱਕੜ ਦੇ ਵਿੱਚ ਖੁੱਭ ਗਏ? ਆ ਸੰਸਾਰ ਦਾ ਜਿਹੜਾ ਕੂੜ ਕਬਾੜ ਹੈ ਨਾ, ਇਸ ਚਿੱਕੜ ਦੇ ਵਿੱਚ ਖੁੱਭ ਗਏ, ਇਸ ਚਿੱਕੜ ਦੇ ਵਿੱਚ ਖੁੱਭ ਗਏ। ਨਿਕਲ ਕਿਉਂ ਨਹੀਂ ਰਹੇ? ਨਿਕਲ ਇਸ ਕਰਕੇ ਨਹੀਂ ਰਹੇ ਗੁਰੂ ਪਿਆਰਿਓ, ਕਿਉਂਕਿ ਸਾਨੂੰ ਇਹ ਚਿੱਕੜ ਜਿਹੜਾ ਨਾ ਉਹ ਮਿੱਠਾ ਲੱਗਣ ਲੱਗ ਪਿਆ, ਚੰਗਾ ਲੱਗਣ ਲੱਗ ਪਿਆ। ਮਿੱਠਾ ਚੰਗਾ ਲੱਗਣ ਲੱਗ ਪਿਆ, ਮਿੱਠਾ ਲੱਗਣ ਲੱਗ ਪਿਆ, ਇਸ ਕਰਕੇ ਚਿੱਕੜ ਦੇ ਵਿੱਚੋਂ ਅਸੀਂ ਨਿਕਲ ਨਹੀਂ ਰਹੇ।